सतनाम धन वाहिगुरु साहिब जी। सतनाम धन वाहिगुरु साहिब जी। मैं मूर्ख की केतक बात है, कोट बरादी तरियारे। गुर नानक जिन सुनिया पेखिया, से फिर गर्भास ना परियारे। जेता समुंद सागर नीर भरिया, तेते औगण हमारे। दया करो किस मिहर पावो, डूबदे पत्थर तारे। सतनाम धन वाहिगुरु साहिब जी। सुने सदा गुणा की गाह, सुने शेख पीर पातशाह। सुने अंधे पावें राह, सुने हाथ होवे असगा। नानक भगतां सदा विगास, सुने दुख पाप का नाश। नानक भगतां सदा विगास, सुने दुख पाप का नाश। जुगो जुगी अटल चवर छतर तख्त दे मालक, हाजरा हजूर ज़हरा ज़हूर शब्द गुरु साहिब श्री गुरु ग्रंथ साहिब महाराज जी की पावन हजूरी अंदर चल रही श्री जपजी साहिब जी की लड़ीवार कथा विच हाजरियां भर रहे सतसंगी जनों ਵੱਡੇ ਭਾਗਾਂ वाले हाँ, जो इस वेले सतगुरां दी पावन हजूरी अंदर जुड़ मिल के बड़े प्रेम प्यार सदका बाणी नूं सरवण कर रहे हैं। सुविचार आरंभ करन तो पहला सतगुरां जी दे चरनां दे विच सीस नवाउंदियां रसना पवित्र करदियां गुरु चरनां विच हाज़री लवाउंदियां फतेह बुलंद करिए। आखो जी वाहिगुरु जी का खालसा वाहिगुरु जी की फतेह। अज आपां चल रही श्री जपजी साहिब जी की लड़ीवार विचार की 11वीं पौड़ी की विचार साझी करनी है। हुणे आप जी ने पावन बाणी दे विचों 11वीं पौड़ी के पाठ सरवण कीते हन, जिन्हां दे अंदर रब्बी जोत साहिब श्री गुरु नानक देव पातशाह जी सानू सुनन की महत्ता के बारे समझाउंदियां होइयां उस अकाल पुरख की महानता के बारे समझाउण दा यतन कर रहे ने। आप जी ने शब्द सरवण कीता है, सुने सदा गुना के गा, सुने शेख पीर पातशाह। सुने दे अर्थ हन सुनन दे नाल सरा गुना के। सरा दा अर्थ है सरोवर ते बेअंत गुणा दे हजूर आखदे गाह दा अर्थ है गहन वाले, सूझ वाले, वाकफी वाले, जिहड़े उस रस्ते दे उत्ते चल के उस परमात्मा दे गुणा दी
ਜਿਹੜੇ ਵਿਚਾਰ ਸਾਂਝੇ ਕਰਦੇ ਹਨ। ਤੇ ਹਜ਼ੂਰ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਹਰ ਇੱਕ ਮਨੁੱਖ ਉਸ ਪਰਮਾਤਮਾ ਦੀ ਵਿਚਾਰ ਦੇ ਗੁਣ ਗਾਉਂਦਾ ਹੈ, ਪਰ ਉਹਦਾ ਥਾਂ ਨਹੀਂ ਪਾ ਸਕਦਾ, ਕਿਉਂਕਿ ਇਹ ਇੰਜ ਹੈ ਜਿਵੇਂ ਇੱਕ ਸਮੁੰਦਰ ਦੇ ਵਿੱਚ ਚੁੱਭੀ ਮਾਰੀਏ ਤੇ ਉਹਦੇ ਵਿੱਚੋਂ ਸਾਨੂੰ ਹੀਰੇ ਮੋਤੀ ਲੱਭਦੇ ਹਨ, ਤੇ ਜਿੰਨੀ ਡੂੰਘੀ ਕਿਸੇ ਦੀ ਚੁੱਭੀ ਹੋਵੇਗੀ ਉਨੇ ਹੀ ਜ਼ਿਆਦਾ ਕੀਮਤੀ ਉਸ ਨੂੰ ਹੀਰੇ ਮੋਤੀ ਉਸ ਸਮੁੰਦਰ ਦੇ ਵਿੱਚੋਂ ਪ੍ਰਾਪਤ ਹੋਣਗੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੀ ਇਹੀ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਬਾਣੀ ਦੇ ਸਮੁੰਦਰ ਦੇ ਵਿੱਚ ਬਾਣੀ ਦੀਆਂ ਵਿਚਾਰਾਂ ਦਾ ਕੋਈ ਅੰਤ ਨਹੀਂ ਹੈ ਕਿ ਮੈਂ ਜੋ ਵਿਚਾਰ ਕਰ ਦਿੱਤੀ ਉਹ ਅਖੀਰਲੀ ਵਿਚਾਰ ਹੈ ਤੇ ਇਸ ਤੋਂ ਬਾਅਦ ਕੋਈ ਵਿਚਾਰ ਨਹੀਂ ਹੋਣੀ। ਹਜ਼ੂਰ ਆਖਦੇ ਕਿ ਜਿੰਨੀ ਡੂੰਘੀ ਕੋਈ ਸੂਝ ਰੱਖ ਕੇ ਇਸ ਪਾਵਨ ਬਾਣੀ ਦੇ ਅੰਦਰ ਚੁੱਭੀ ਮਾਰਦਾ ਹੈ, ਉਹ ਉਸ ਪਰਮਾਤਮਾ ਦੇ ਗੁਣਾਂ ਦੀ ਓਨੀ ਹੀ ਡੂੰਘੀ ਜਿਹੜੀ ਵਿਚਾਰ ਹੈ ਉਹ ਪ੍ਰਾਪਤ ਕਰਦਾ ਹੈ। ਤੇ ਹਜ਼ੂਰ ਆਖਦੇ ਇਹ ਸਾਡਾ ਸਰੀਰ ਮਾਨੋ ਇੱਕ ਸਮੁੰਦਰ ਹੈ, ਤੇ ਹਜ਼ੂਰ ਇਸ ਨੂੰ ਸਮਝਾਉਂਦਿਆਂ ਹੋਇਆਂ ਮਨੁੱਖ ਦੇ ਮਨ ਦੇ ਉੱਤੇ ਕੰਟਾਖਣ ਕਰਦਿਆਂ ਹੋਇਆਂ ਇਹਨੂੰ ਉਸ ਪਰਮਾਤਮਾ ਦੇ ਨਾਲ ਇੱਕ ਮਿੱਕਤਾ ਦੀ ਜਿਹੜੀ ਸਾਂਝ ਹੈ ਉਹ ਬਣਾਉਣ ਦੇ ਵਾਸਤੇ ਪ੍ਰੇਰਿਤ ਕਰਦੇ ਨੇ। ਹਜ਼ੂਰ ਆਖਦੇ ਕਿ ਜਿਵੇਂ ਇੱਕ ਸਮੁੰਦਰ ਹੈ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ, ਉਹਦੇ ਵਿੱਚ ਪਾਣੀ ਭਰਿਆ ਹੋਇਆ, ਇਵੇਂ ਹੀ ਮੰਨ ਲਓ ਕਿ ਸਾਡਾ ਇਹ ਸਰੀਰ ਹੈ ਤੇ ਇਹਦੇ ਵਿੱਚ ਵਿਕਾਰਾਂ ਰੂਪੀ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਹੈ। 33 ਔਗਣ ਹਮਾਰੇ, ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੈ ਉਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਵਿਕਾਰ ਹਨ ਉਹ ਭਰੇ ਪਏ ਹਨ। ਤੇ ਹਜ਼ੂਰ ਆਖਦੀ ਵੀ ਇਹ ਜਿਹੜੇ ਵਿਕਾਰ ਹਨ ਉਸ ਗੁਰੂ ਦੀ ਮਿਹਰਬਾਨੀ ਦੇ ਸਦਕਾ ਦਇਆ ਕਰੋ ਕਿਸ ਮਿਹਰ ਉਪਾਵੋ, ਜਿਉ ਪਰਮਾਤਮਾ ਦਇਆ ਦਾ ਘਰ ਦਇਆਵਾਨ ਦਇਆ ਦੀ ਸੁਭਾਅ ਦੇ ਵਿੱਚ ਆ ਕੇ ਮਿਹਰ ਕਰੇ ਤੇ ਡੁੱਬਦੇ ਪੱਥਰ ਤਾਰੇ ਤੇ ਡੁੱਬਦੇ ਹੋਏ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਤੇ ਫਿਰ ਜਿਹੜਾ ਉਸ ਪਰਮਾਤਮਾ ਦੀ ਵਡਿਆਈ ਕਰਦਾ ਹੈ, ਉਹਦੇ ਗੁਣਾਂ ਦੀ ਸਾਂਝ ਦੀ ਵਿਚਾਰ ਕਰਦਾ ਹੈ, ਤੇ ਉਹ ਕਹਿੰਦੇ ਉਸ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਂਦਾ ਹੈ। ਜਿਵੇਂ ਪਾਵਨ ਬਾਣੀ ਦੇ ਵਿੱਚ ਬਾਬਾ ਕਬੀਰ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਦੋਂ ਰੱਬ ਨੂੰ ਚੇਤੇ ਕਰਨ ਲੱਗੇ ਇੰਨੀ ਕੁ ਡੂੰਘੀ ਵਿਚਾਰ ਉਸ ਪਰਮਾਤਮਾ ਦੀ ਹੈ ਕਿ ਉਹਦਾ ਥਾਂ ਪਾਉਣਾ ਔਖਾ ਹੈ। ਸੁਣਿਆ ਸਰਾ ਗੁਣਾ ਕੀ ਗਾ, ਜਿਹੜੇ ਗੁਣਾਂ ਦਾ ਜਿਹੜਾ ਸਮੁੰਦਰ ਹੈ ਉਹ ਪਰਮਾਤਮਾ ਦੇ ਗੁਣਾਂ ਦੇ ਸਮੁੰਦਰ ਦਾ ਜਿਹੜੇ ਗਮਨ ਕਰਨ ਵਾਲੇ ਹਨ, ਜਿਹੜੇ ਉਹਦੇ ਗੁਣਾਂ ਨੂੰ ਗਾਉਣ ਵਾਲੇ ਹਨ। ਹਜ਼ੂਰ ਆਖਦੇ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਰਾਮ ਤੇ ਕਬੀਰ ਭਾਵ ਕਿ ਰਾਮ ਜਿਹੜਾ ਰਮਿਆ ਹੋਇਆ ਪਰਮਾਤਮਾ ਹੈ ਤੇ ਕਬੀਰ ਸਾਹਿਬ ਜੀ ਉਹਨਾਂ ਦੀ ਜੋਤ ਹੈ ਜਿਹੜੀ ਕਹਿੰਦੇ ਉਹਨੂੰ ਇੰਜ ਪ੍ਰਤੀਤ ਹੋ ਰਿਹਾ ਅੱਜ ਬਾਬਾ ਕਬੀਰ ਜੀ ਨੂੰ ਕਿ ਉਹ ਰਾਮ ਤੇ ਕਬੀਰ ਇੱਕੋ ਹੋ ਗਏ ਨੇ। ਭਾਵ ਕਿ ਇੰਨਾ ਕੁ ਅੰਦਰ ਖਿੜਾ ਆ ਗਿਆ, ਇੰਨਾ ਕੁ ਉਸ ਪਰਮਾਤਮਾ ਦੇ ਗੁਣਾਂ ਦੀ ਸਾਂਝ ਕਰਦਿਆਂ ਉਸ ਅਵਸਥਾ ਤੱਕ ਪਹੁੰਚ ਚੁੱਕੇ ਨੇ ਜਿੱਥੇ ਜਾ ਕੇ ਕਹਿੰਦੇ ਉਸ ਪਰਮਾਤਮਾ ਦੇ ਨਾਮ ਹਨ ਜਿਹੜੇ ਉਹਨਾਂ ਦੇ ਵਿੱਚ ਅਭੇਦ ਹੋ ਚੁੱਕੇ ਨੇ। ਹਜ਼ੂਰ ਆਖਦੇ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਨ ਦੇ ਨਾਲ ਜਿਹੜਾ ਸ਼ੇਖ ਹੈ ਹਜ਼ੂਰ ਆਖਦੇ ਸ੍ਰੇਸ਼ਟ ਮਨੁੱਖ ਪੀਰ ਪਾਤਸ਼ਾਹ ਉਹ ਪਰਮਾਤਮਾ ਦੀ ਜਿਹੜੇ ਵਡਿਆਈ ਕਰਨ ਵਾਲੇ ਮਨੁੱਖ ਹਨ। ਹਜ਼ੂਰ ਆਖਦੇ ਉਹਨਾਂ ਦੀ ਜਿਹੜੀ ਪਦਵੀ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਮਨੁੱਖ, ਸੁਣਨ ਦੇ ਨਾਲ ਹੀ ਸ਼ੇਖ ਵਰਗੀ ਪਦਵੀ ਤੇ ਪਹੁੰਚ ਸਕਦਾ ਹੈ।
पीर वर्गी पदवी ते पहुंच सकता है। इथों तक कि वो पातशाह जिहड़ा परमात्मा है साक्षात उहदा रूप बन जाता है। अज आपां सवेरे भी विचार कीती सी, गुरु रामदास पातशाह जी का प्रकाश पुरब है ते उन्हां दे जीवन की विचार कीती सी। उस तो पहला भाई लहणा जी, गुरु अंगद देव पातशाह जी, गुरु अमरदास पातशाह जी जिहड़े उस रस्ते दे उत्ते कदे चले नहीं सन, पर जदों गुरमत की सोझी प्राप्त हुई, भाई लहणा भी देवी देवतियां की पूजा करते हुंदे सन, पर जदों गुरु नानक देव पातशाह जी की शरण दे विच आए ते उस परमात्मा का रूप हो गए, वो साक्षात वो पातशाह की जिहड़ी पदवी सी उसनूं प्राप्त कर गए। गुरु अमरदास पातशाह जी भी हर साल वैष्णो देवी की माता के जिहड़े चाले सन वो लैके जाते हुंदे सन ते जदों 20वीं वारी उस चाले नूं लैके गए ते उत्थे एक साधु दे नाल मिलाप हुंदा, एक पंडित दे नाल मिलाप हुंदा है। गुरु अमरदास पातशाह जी उन्होंने प्रसादा छकाउंदे ने, उहदी सेवा करते हैं ते वो जिहड़ा साधु है उन्हां दी सेवा तो खुश होके गुरु अमरदास पातशाह जी नूं सवाल करदा भी तेरी सेवा दे वल वेख के इंज लगदा भी तेरा गुरु बड़ा है जिहड़ा दयालु होवेगा, तेरा गुरु बड़ा मेहरबान होवेगा, जिहदी संगत तू कीती है, जिहदे गुण तेरे अंदर आए ने, जिहड़े गुणां दा तू धारनी है, इन्ना सहज है तेरे अंदर। ते जदों गुरु अमरदास पातशाह जी ने कहंदे सवाल ये जो सवाल सुनिया, मत्था ठणक उठिया भी गुरु हुंदा की है। कहंदे मैं ते अजे तक किसी गुरु की संगत ही नहीं की, मैनूं ते पता ही नहीं गुरु की हुंदा है। जदों पंडित ने उस साधु ने यह जवाब सुनिया ते लोहा लाखा हो गया भी कहंदा मैं निगुरे दे हथ दा खाना खा लिया, मैं ते पिटिया गया, मेरा ते जीवन भ्रिष्ट हो गया, मैं ते इन्नियां यात्रावां कीतियां सन, उन्हां दा फल मैनूं प्राप्त होना सी, मैं ते एक निगुरे दे हथ दे विचों प्रसादा छक लिया। गुरु अमरदास पातशाह जी नूं ये बोल बोले गए ते गुरु अमरदास पातशाह जी ने भी फिर उदों निश्चय किया कि मैं गुरु धारण करना है। ते उस वेले अपनी भरा दी नौ बीबी अमरो जिहड़ी गुरु अंगद देव पातशाह जी की पुत्री सी, उस घर दे विच विआही हुई सी ते अमृत वेले जदों झाड़ू पोचा करते सन जां घर का जिहड़ा कारज करते हुंदे सन ते गुरु अंगद देव पातशाह जी की उच्चारण की हुई बाणी, गुरु नानक देव पातशाह जी की उच्चारण की हुई बाणी उन्होंने गाया करते सन। ते जदों गुरु अमरदास पातशाह जी के कन्नां दे विच शब्द पए, मन जिहड़ा सी उस नूं टुणका वजिया ते बीबी अमरो नूं जाके पुछदे ने भी जिहड़े शब्द तुसीं सवेरे गा रहे सी बड़े सहज वाले सन, किथों तुहानूं ये शब्द जिहड़े हने प्राप्त हुए, किस दी बाणी है, किहदी संगत तुसीं कीती है। ते फिर उन्होंने जवाब दिता कि मेरे पिता जी गुरु नानक देव पातशाह जी की जिहड़ी गुरता गद्दी है इस वेले उहदे उपर सुभाईमान हन ते उन्हां दे कोलों ये जिहड़ी बाणी है मैं सरवण कीती। ते फिर गुरु अमरदास पातशाह जी गुरु अंगद देव पातशाह जी की शरण दे विच आए। 12 साल उन्होंने गागर ढोई, नदी तो पानी लैके आउंदे सन, अपने हथीं गुरु अंगद देव पातशाह जी नूं इशनान कराउंदे सन। ते फिर इन्नी घालण दे बाद फिर जाके उन्होंने जिहड़ी गुरियाई सी प्राप्त हुई। इस करके हजूर आखदे ने सुनिया शेख पीर पातशाह भी सुनन दे नाल ही जिहड़ा मनुख है वो शेख जिहड़ा श्रेष्ठ मनुख है, पीर है, पातशाह है, उहदी पदवी नूं प्राप्त कर लैंदा। बीबी अमरो दे कोलों एक शब्द ही सुनिया सी ते अज वो गुरु रूप हो गए। गुरु की शरण दे विच जदों चले गए तो गुरु रूप हो गए। इस तरह हजूर अगे समझाउण दा यतन करदे ने, सुनिया अंधे पावें दा, जिन्हें सुन लिया
ਜਿਹੜਾ ਮਨੁੱਖ ਅਗਿਆਨਤਾ ਦੇ ਹਨੇਰੇ ਦੇ ਵਿੱਚ ਹਜੇ ਤੱਕ ਚੱਲਦਾ ਪਿਆ, ਇੱਥੇ ਅੰਧੇ ਉਹ ਨਹੀਂ ਆਖਿਆ ਗਿਆ। ਪਾਵਨ ਬਾਣੀ ਦਾ ਫਰਮਾਨ ਵੀ ਹੈ, ਅੰਧੇ ਸੇ ਨਾ ਆਖੀਐ ਜਿਨ ਮੁਖ ਲੋਇਣ ਨਾਹੀ, ਵੀ ਜਿਨ੍ਹਾਂ ਦੇ ਮੁਖ ਦੇ ਉੱਤੇ ਅੱਖਾਂ ਨਹੀਂ, ਜਿਹੜੇ ਵੇਖ ਨਹੀਂ ਸਕਦੇ ਅੱਖਾਂ ਦੇ ਨਾਲ, ਉਹਨਾਂ ਨੂੰ ਅੱਖੇ ਅੰਧੇ ਨਾ ਆਖਿਆ ਜਾਵੇ, ਅੱਖਾਂ ਤੋਂ ਹੀਣੇ ਨਾ ਆਖਿਆ ਜਾਵੇ। ਅੰਧੇ ਸੇ ਨਾ ਆਖੀਐਨ ਜਿਨ ਮੁਖ ਲੋਇਣ ਨਾਹੀ, ਅੰਧੇ ਸੇ ਨਾਨਕਾ ਖਸਮੋਂ ਕੁੱਥੇ ਜਾਹੇ। ਜਿਹੜੇ ਅਜੇ ਤੱਕ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ, ਜਿਹੜੇ ਉਸ ਪਰਮਾਤਮਾ ਦੇ ਵੱਲੋਂ ਅਜੇ ਤੱਕ ਕੁੱਥੇ ਹੋਏ ਹਨ, ਵਿਛੜੇ ਹੋਏ ਹਨ, ਜਿਨ੍ਹਾਂ ਨੇ ਅਜੇ ਤੱਕ ਸੰਗਤ ਨਹੀਂ ਕੀਤੀ, ਹਜ਼ੂਰ ਆਖਦੇ ਅਸਲ ਅੰਨੇ ਉਹ ਹਨ ਜਿਹੜੇ ਅਜੇ ਵੀ ਅਗਿਆਨਤਾ ਦੇ ਵਸ ਹੋ ਕੇ ਉਸ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਹਨ। ਤੇ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਪਾਵਨ ਬਾਣੀ ਨੂੰ ਸੁਣ ਲਿਆ, ਸੁਣਿਆ, ਅੰਧੇ ਪਾਵੇਂ ਦਾ, ਜਿਹੜੇ ਅਗਿਆਨਤਾ ਦੇ ਹਨੇਰੇ ਦੇ ਵਿੱਚ ਮਨੁੱਖ ਚੱਲ ਰਹੇ ਨੇ, ਅੰਨੇ ਹੋਏ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਨੇ, ਹਜ਼ੂਰ ਉਹਨਾਂ ਦੀ ਉਂਗਲ ਫੜ ਕੇ ਉਹਨਾਂ ਨੂੰ ਸਿੱਧੇ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਪ੍ਰੇਰਿਤ ਕਰਦੇ ਨੇ। ਪਾਵਨ ਬਾਣੀ ਜਿਹੜਾ ਸੁਣਦਾ ਹੈ, ਹਜ਼ੂਰ ਆਖਦੇ ਉਸ ਰਸਤੇ ਦੇ ਉੱਤੇ ਚੱਲਣ ਦੇ ਯੋਗ ਹੋ ਜਾਂਦਾ। ਜਿਨੇ ਅਜੇ ਤੱਕ ਸਿਰਫ ਜੀਵਨ ਦੇ ਵਿੱਚ ਕਰਮ ਕਾਂਡ ਹੀ ਕਮਾਏ ਨੇ, ਝੂਠ ਦਾ ਪ੍ਰਚਾਰ ਹੀ ਸੁਣਿਆ, ਸੱਚ ਦੀ ਗੱਲ ਕਦੇ ਉਹਨੇ ਮਨ ਦੇ ਵਿੱਚ ਧਾਰਨ ਹੀ ਨਹੀਂ ਕੀਤੀ, ਹਜ਼ੂਰ ਆਖਦੇ ਇਹੋ ਜਿਹੇ ਅੰਨੇ ਮਨੁੱਖ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਦੋਂ ਅਗਿਆਨਤਾ ਦਾ ਹਨੇਰਾ ਮਨ ਦੇ ਵਿੱਚੋਂ ਉੱਠਦਾ ਹੈ, ਮਨ ਦੇ ਵਿੱਚੋਂ ਉਤਰ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਚਾਨਣ ਹੁੰਦਾ ਹੈ, ਹਿਰਦੇ ਦੇ ਵਿੱਚ ਸੱਚ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਅੱਖਾਂ ਦੇ ਅੱਗੇ ਜਿਹੜਾ ਧੁੰਦਪਨ ਜਿਹੜਾ ਛਾਇਆ ਹੋਇਆ ਸੀ ਉਹ ਜਿਹੜਾ ਹੈ ਖਤਮ ਹੋ ਜਾਂਦਾ ਹੈ। ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੀ ਹੈ, ਭਾਈ ਗੁਰਦਾਸ ਜੀ ਬੜਾ ਸੋਹਣਾ ਉਹਨਾਂ ਦਾ ਜਿਹੜਾ ਜੀਵਨ ਹੈ ਉਸ ਨੂੰ ਡਿਸਕ੍ਰਾਈਬ ਕਰਦੇ ਨੇ। ਸਾਡੇ ਸਾਹਮਣੇ ਉਹਨਾਂ ਦਾ ਜੀਵਨ ਹੈ, ਜਿਹੜੀ ਉਦਾਹਰਨ ਹੈ ਉਹ ਸਾਡੇ ਸਾਹਮਣੇ ਬੜੀ ਸੋਹਣੀ ਰੱਖਦੀ ਵੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਨਮ ਹੋਇਆ ਹੈ, ਉਸ ਤੋਂ ਪਹਿਲਾਂ ਸੰਸਾਰ ਦੇ ਵਿੱਚ 3 ਲੋਕ ਸਨ, ਜਿਹੜੇ 3 ਆਪਣੇ ਆਪ ਨੂੰ ਧਰਮ ਦੇ ਰਾਖਿਆਕਾਰ ਸਮਝਦੇ ਸਨ, ਜਿਹੜੇ ਧਰਮ ਦੇ ਪੈਰੋਕਾਰ ਸਮਝਦੇ ਸਨ ਵੀ ਸਾਡੇ ਕਰਕੇ ਜਿਹੜਾ ਧਰਮ ਹੈ ਉਹ ਚੱਲ ਰਿਹਾ ਹੈ। ਇੱਕ ਹਿੰਦੂ ਧਰਮ ਸੀ ਉਸ ਵੇਲੇ, ਇੱਕ ਮੁਸਲਮਾਨ ਧਰਮ ਸੀ, ਤੇ ਹਜ਼ੂਰ ਆਖਦੇ ਨੇ ਵੀ ਇਹੋ ਜਿਹਾ ਉਸ ਵੇਲੇ ਵਰਤਾਰਾ ਵਰਤ ਰਿਹਾ ਸੀ ਵੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਸ ਸਮੇਂ ਦੀ ਉਹ ਇੰਨੀ ਕੁ ਹੰਕਾਰੀ ਹੋ ਚੁੱਕੀ ਹੈ, ਇੰਨੀ ਕੁ ਜ਼ਾਲਮ ਹੋ ਚੁੱਕੀ ਹੈ ਵੀ ਜ਼ੁਲਮ ਕਰਨ ਲੱਗਿਆਂ ਉਹ ਵੇਖਦੀ ਨਹੀਂ। ਕੱਲ ਹੋਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ, ਇਹੋ ਜਿਹਾ ਰੂਪ ਧਾਰਨ ਕਰ ਚੁੱਕੇ ਸਨ ਉਹਨਾਂ ਦੇ ਵਜ਼ੀਰ ਰਾਜੇ ਸ਼ੀ ਮੁਕੱਦਮ ਕੁੱਤੇ, ਜਾਇ ਜਗਾਇਨ ਬੈਠੇ ਸੁਤੇ, ਚਾਕਰ ਨਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹੋ ਜਿਹਾ ਰੂਪ ਧਾਰਨ ਕਰ ਚੁੱਕੇ ਸੀ ਵੀ ਬਘਿਆੜਾਂ ਵਾਲੀ ਉਹਨਾਂ ਦੀ ਸ਼ਕਲ ਸੀ, ਕੁੱਤਿਆਂ ਵਰਗਾ ਉਹਨਾਂ ਦਾ ਜਿਹੜਾ ਵਿਵਹਾਰ ਸੀ, ਤੇ ਪ੍ਰਜਾ ਦੇ ਉੱਤੇ ਇਹੋ ਜਿਹਾ ਜ਼ੁਲਮ ਕਰਦੇ ਸਨ ਜਿਸ ਨੂੰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਕਿ ਅਗਿਆਨਤਾ ਦੇ ਵਸ ਹੋ ਕੇ ਜਿਨ੍ਹਾਂ ਦੇ ਹੱਥ ਦੇ ਵਿੱਚ ਉਸ ਸੰਸਾਰ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢਣ ਦੇ ਵਾਸਤੇ ਜਿਹੜੀ ਕੁੰਜੀ ਦਿੱਤੀ ਗਈ ਸੀ ਉਹ ਆਪ ਹੀ ਹਨੇਰੇ ਦੇ ਵਿੱਚ ਸਨ। ਹੁਣ ਦੀਵੇ ਦੇ ਥੱਲੇ ਆਪਦੇ ਹਨੇਰਾ ਹੋਵੇ ਤੇ ਦੂਸਰਿਆਂ ਨੂੰ ਚਾਨਣ ਦਿੰਦਾ ਹੋਵੇ, ਹਜ਼ੂਰ ਆਖਦੇ ਉਹ ਚਾਨਣ ਕਿਸੇ ਕੰਮ ਦਾ ਨਹੀਂ, ਕਿਉਂਕਿ ਉਹ ਆਪ ਅਗਿਆਨਤਾ ਦੇ ਵਿੱਚ ਚੱਲਦਾ ਪਿਆ। ਜੇ ਉਹਨੂੰ ਆਪ ਨੂੰ ਚਾਨਣ ਪਹਿਲਾਂ ਪ੍ਰਾਪਤ ਕਰਨਾ ਪੈਣਾ ਹੈ, ਜੇ ਉਹਨੇ ਕਿਸੇ ਨੂੰ ਸਮਝਾਉਣਾ ਹੈ ਤੇ ਪਹਿਲਾਂ ਆਪਣੇ ਥੱਲੇ ਚਾਨਣ ਕਰਨਾ ਪੈਣਾ ਹੈ, ਆਪਣੇ ਅੰਦਰ ਉਹਨੂੰ ਦੀਵਾ ਬਾਲਣਾ ਪੈਣਾ ਹੈ। ਤੇ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਵੀ ਜਿਹੜੇ ਸੰਸਾਰ ਦੇ ਵਿੱਚ ਕਰਮ ਕਾਂਡ ਹੋ ਰਹੇ ਨੇ, ਜਿਹੜੇ ਅਗਿਆਨਤਾ ਦੇ ਵਸ ਇਹ ਕਾਰਜ ਹੋ ਰਹੇ ਨੇ, ਇਹਨਾਂ ਦੇ ਉੱਤੋਂ ਪਰਦਾ ਚੁੱਕਣਾ ਜ਼ਰੂਰੀ ਹੈ। ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸੱਚ ਦਾ ਹੋਕਾ ਦਿੱਤਾ, ਲੋਕਾਂ ਨੂੰ ਉਸ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢਿਆ, ਉਹਨਾਂ ਨੂੰ ਸਿੱਧੇ ਰਸਤੇ ਦੇ ਉੱਤੇ ਚੱਲਣ ਦੇ ਵਾਸਤੇ ਪ੍ਰੇਰਿਤ ਕੀਤਾ ਤੇ ਉਸ ਪਰਮਾਤਮਾ ਦਾ ਨਾਮ ਇੱਕ ਓੰਕਾਰ, ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਕਿ ਪਰਮਾਤਮਾ ਇੱਕ ਹੈ। ਉਹਨੂੰ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਲੱਭਣ ਦੀ ਲੋੜ ਨਹੀਂ,
ਉਹ ਤੇ ਤੇਰੇ ਅੰਦਰ ਹਿਰਦੇ ਘਰ ਦੇ ਵਿੱਚ ਟਿਕਾਣਾ ਕਰਕੇ ਬੈਠਾ ਹੈ, ਤੈਨੂੰ ਬਾਹਰ ਕਿਤੇ ਢੂੰਡਣ ਦੀ ਲੋੜ ਨਹੀਂ। ਫਰੀਦਾ ਜੰਗਲ ਜੰਗਲ ਕਿਆ ਭਵੇਂ ਮਨ ਕੰਡਾ ਮੋੜੇ, ਵਸੀ ਰੱਬ ਹੀ ਹਾਲੀ ਹੈ, ਬਾਹਰ ਕਿਆ ਢੂੰਡੇ, ਰੱਬ ਤੇ ਤੇਰੇ ਹਿਰਦੇ ਦੇ ਵਿੱਚ ਘਰ ਕਰਕੇ ਬੈਠਾ ਹੈ, ਤੇਰੇ ਅੰਦਰ ਉਹ ਪਰਮਾਤਮਾ ਦਾ ਵਾਸ ਹੈ। ਤੇ ਤੈਨੂੰ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਕਿਸੇ ਦੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ। ਤੈਨੂੰ ਸਿਰਫ ਤੇ ਸਿਰਫ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਹੈ ਜਿਹੜਾ ਉਹ ਤੇ ਭੋਲੇਪਨ ਦੇ ਵਿੱਚ ਆ ਕੇ ਮਿਲਦਾ। ਉਹ ਕਦੇ ਵੇਖਿਆ ਕਿ ਜਦੋਂ ਪੁੱਤਰ ਨੇ ਕੋਈ ਧੀ ਨੇ ਕੋਈ ਚੀਜ਼ ਲੈਣੀ ਹੋਵੇ ਤੇ ਉਹ ਮਾਂ-ਬਾਪ ਦੇ ਅੱਗੇ ਮੱਥਾ ਟੇਕਦਾ ਹੋਵੇ, ਮਾਂ-ਬਾਪ ਦੇ ਅੱਗੇ ਲਿਲੜੀਆਂ ਕੱਢਦਾ ਹੋਵੇ, ਡੰਡ ਬੈਠਕਾਂ ਮਾਰਦਾ ਹੋਵੇ ਜਾਂ ਕੋਈ ਇਹੋ ਜਿਹਾ ਕਰਮ ਕਾਂਡ ਕਰਦਾ ਹੋਵੇ? ਨਹੀਂ, ਜਿਵੇਂ ਬੱਚਾ ਮਾਤਾ ਪਿਤਾ ਤੋਂ ਚੀਜ਼ ਮੰਗਦਾ ਤੇ ਮਾਤਾ ਪਿਤਾ ਉਹਦੀ ਉਸ ਜ਼ਰੂਰਤ ਨੂੰ ਪੂਰਾ ਕਰਦੇ ਨੇ, ਉਸੇ ਤਰ੍ਹਾਂ ਪਰਮਾਤਮਾ ਦਾ ਸੁਭਾਅ ਹੈ। ਜਿਵੇਂ ਦੀ ਚੀਜ਼ ਅਸੀਂ ਉਹਦੇ ਤੋਂ ਮੰਗਣੀ ਹੈ, ਉਹਦੇ ਕੋਲ ਤਰਲਾ ਮਿੰਨਤ ਆ ਕੇ ਬੇਨਤੀ ਕਰਨੀ ਹੈ, ਉਹ ਪਰਮਾਤਮਾ ਸਾਡੀ ਅਰਦਾਸ, ਕਿਉਂਕਿ ਸਾਰਾ ਜਗਤ ਉਸ ਪਰਮਾਤਮਾ ਦਾ ਬੱਚਾ ਹੈ ਤੇ ਉਹ ਪਰਮਾਤਮਾ ਸਾਰਿਆਂ ਦਾ ਪਾਲਣਹਾਰ ਹੈ ਤੇ ਉਹਦੇ ਕੋਲੋਂ ਹੀ ਮੰਗਣਾ ਹੈ ਤੇ ਉਹ ਸਾਰਿਆਂ ਦੀਆਂ ਝੋਲੀਆਂ ਹਨ ਜਿਹੜਾ ਉਹ ਦਿੰਦਾ ਦੇ ਲੈਂਦੇ ਥਕ ਪਾਹੇ। ਜੁਗਾਂ ਜੁਗੰਤਰ ਖਾਹੀ ਖਾਹੀ ਵਾਲੀ ਗੱਲ ਹੈ ਕਿ ਜਦੋਂ ਦਾ ਸੰਸਾਰ ਬਣਿਆ ਉਸ ਸੰਸਾਰ ਨੂੰ ਦਿੰਦਾ ਆ ਰਹੀ ਹੈ ਤੇ ਅਸੀਂ ਉਸ ਤੋਂ ਮੰਗਦੇ ਆ ਰਹੇ ਹਾਂ। ਹਜੂਰ ਸਮਝਾਉਣ ਦਾ ਯਤਨ ਕਰਦੇ ਨੇ ਕਿ ਸੁਣਿਆ ਅੰਧੇ ਪਾਮਹਿਰਾ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਗੱਲ ਨੂੰ ਸੁਣ ਲਿਆ, ਅਗਿਆਨਤਾ ਦੇ ਵਸ ਜਿਹੜੇ ਅੰਧੇ ਹੋਏ ਪਏ ਨੇ, ਪਾਵੇਂ ਰਾਹ ਦੇ ਹਾਹੇ ਨੂੰ ਸਿਹਾਰੀ ਹੈ ਤੇ ਬਹੁਤਾਤ ਦੇ ਵਿੱਚ ਇਹਦਾ ਜਿਹੜਾ ਉਚਾਰਨ ਹੈ ਉਹ ਰਾਹੋ ਕੀਤਾ ਜਾਂਦਾ ਹੈ। ਤੇ ਅਸੀਂ ਅਕਸਰ ਪੰਜਾਬੀ ਦਾ ਇਹ ਸ਼ਬਦ ਹੈ, ਅਸੀਂ ਅਕਸਰ ਇਹ ਕਹਿੰਦੇ ਆ ਵੀ ਉਸ ਰਾਹ ਦੇ ਉੱਤੇ ਚੱਲ। ਅਸੀਂ ਇਹ ਤੇ ਨਹੀਂ ਕਹਿੰਦੇ ਵੀ ਉਹ ਰਾਹੋ ਦੇ ਉੱਤੇ ਚੱਲ। ਰਾਹ ਜਿਹੜਾ ਸ਼ਬਦ ਹੈ, ਹਾਹਾ ਹੈ ਜਿਹੜਾ, ਉਹ ਤੁਕਾਂਤ ਮੇਲ ਬਣਾਉਣ ਦੇ ਵਾਸਤੇ ਉਚਾਰਨ ਜਿਹੜਾ ਹੈ ਉਹ ਕੀਤਾ ਗਿਆ ਤੇ ਦੂਸਰਾ ਇਹਦੇ ਉੱਤੇ ਗੁਰਬਾਣੀ ਵਿਆਕਰਨ ਲੱਗਦੀ ਹੈ। ਜਿਹੜਾ ਤੁਕਾਂਤ ਮੇਲ ਹੈ ਇਹਦੇ ਸੰਤ ਹਨ ਜਿਹੜੇ ਇਹ ਗੁਰਬਾਣੀ ਦੀ ਜਿਹੜੀ ਵਿਆਕਰਨ ਦੇ ਨਾਲ ਇਹ ਜਿਹੜੀ ਵਿਚਾਰ ਹੈ ਉਹ ਜਿਹੜੀ ਹੈ ਸਾਂਝੀ ਕੀਤੀ ਜਾ ਸਕਦੀ, ਇਸ ਨੂੰ ਸੌਖਿਆਂ ਸ਼ਬਦਾਂ ਦੇ ਵਿੱਚ ਸਮਝਿਆ ਜਾ ਸਕਦਾ ਹੈ। ਅਸਲ ਉਚਾਰਨ ਇਸ ਸ਼ਬਦ ਦਾ ਰਾਹ ਹੈ ਤੇ ਹਜ਼ੂਰ ਆਖਦੇ ਸੁਣਿਆ ਹਾਥ ਹੋਵੇ ਅਸਗਾ। ਸੁਣਨ ਦੇ ਨਾਲ ਉਹ ਪਰਮਾਤਮਾ ਹੱਥ ਦੇ ਵਿੱਚ ਆ ਜਾਂਦਾ ਹੈ, ਪਕੜ ਦੇ ਵਿੱਚ ਆ ਜਾਂਦਾ ਹੈ, ਅਸਗਾ ਜਿਹਦੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਇਸ ਸੰਸਾਰ ਤੋਂ ਬਾਹਰ, ਇਸ ਪ੍ਰਿਥਵੀ ਤੋਂ ਬਾਅਦ ਕਿੰਨੀਆਂ ਗਲੈਕਸੀਆਂ ਨੇ, ਚੰਦਰਮਾ ਹੈ, ਮੰਗਲ ਗ੍ਰਹਿ ਹੈ, ਬੁੱਧ ਗ੍ਰਹਿ ਹੈ, ਕਿੰਨੇ ਕੁ ਲੋਕ ਉਸ ਧਰਤੀ ਦੇ ਉੱਤੇ ਗਏ ਨੇ ਜਾਂ ਚੰਦਰਮਾ ਦੇ ਉੱਤੇ ਗਏ ਨੇ। ਗਿਣਤੀ ਦੇ ਲੋਕ ਹਨ ਜਿਹੜੇ ਉੱਥੇ ਗਏ ਨੇ ਤੇ ਉਹ ਆ ਕੇ ਉੱਥੋਂ ਦੀ ਜਿਹੜੀ ਵਿਚਾਰ ਹੈ, ਉੱਥੋਂ ਦਾ ਜਿਹੜਾ ਦ੍ਰਿਸ਼ ਹੈ ਉਹਦੇ ਬਾਰੇ ਸਮਝਾਉਂਦੇ ਨੇ, ਉਹਦੇ ਬਾਰੇ ਦੱਸਦੇ ਨੇ ਤੇ ਅਸੀਂ ਉਵੇਂ ਦੀ ਗੱਲ ਮੰਨ ਲੈਂਦੇ ਜਿਵੇਂ ਕਿਸੇ ਨੇ ਦੱਸਿਆ, ਅਸੀਂ ਉਵੇਂ ਦੀ ਉਹਦੀ ਜਿਹੜੀ ਵਿਚਾਰ ਹੈ ਉਸ ਨੂੰ ਮਨ ਦੇ ਅੰਦਰ ਧਾਰਨ ਕਰ ਲੈਂਦੇ ਹਾਂ। ਇਸੇ ਤਰ੍ਹਾਂ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਜਿਸਨੇ ਉਸ ਪਰਮਾਤਮਾ ਦੀ ਵਿਚਾਰ ਕਰਨੀ ਹੈ ਉਹਨੂੰ ਉਹਦੀ ਵਿਚਾਰ ਹੈ ਜਿਹੜੀ ਉਹਦੇ ਬਾਰੇ ਇਸ ਗੱਲ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਪਰਮਾਤਮਾ ਅਪਹੁੰਚ ਹੈ। ਹੁਣ ਚੰਦਰਮਾ ਦਾ ਕੋਈ ਜਿਹੜਾ ਹੈ ਉਹਦੀ ਜਿਹੜੀ ਗੱਲ ਹੈ ਜਿਹੜੀ ਸਾਰੀ ਸਮਝਾ ਨਹੀਂ ਸਕਦਾ, ਮੰਗਲ ਗ੍ਰਹਿ ਦੇ ਬਾਰੇ ਕੋਈ ਸਾਰਾ ਕੁਝ ਦੱਸ ਨਹੀਂ ਸਕਦਾ। ਇਸੇ ਤਰ੍ਹਾਂ ਗੁਰੂ ਦੀ ਜਿਹੜੀ ਵਡਿਆਈ ਹੈ, ਉਸ ਪਰਮਾਤਮਾ ਦਾ ਜਿਹੜਾ ਅੰਤ ਹੈ ਉਹ ਵੀ ਕੋਈ ਪਾ ਨਹੀਂ ਸਕਦਾ। ਪਰ ਸੌਖੇ ਸ਼ਬਦਾਂ ਦੇ ਵਿੱਚ ਸਮਝਣ ਦੇ ਵਾਸਤੇ ਹਜ਼ੂਰ ਆਖਦੇ ਨੇ ਜਿਨੇ ਉਸ ਪਰਮਾਤਮਾ ਨੂੰ ਸੁਣ ਲਿਆ, ਸੁਣਨ ਦੇ ਨਾਲ ਹਾਥ ਹੋਵੇ ਅਸਗਾ, ਉਸ ਪਰਮਾਤਮਾ ਦੀ ਜਿਹੜੀ ਬਾਣੀ ਹੈ ਸੱਚੀ ਨੂੰ ਮਨ ਦੇ ਵਿੱਚ ਧਾਰਨ ਕੀਤਾ, ਜਿਸ ਪਰਮਾਤਮਾ ਦੇ ਤੱਕ ਅਸਗਾ ਪਹੁੰਚ ਨਹੀਂ ਕੀਤੀ ਜਾ ਸਕਦੀ, ਉਹਦੇ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕਹਿੰਦੇ ਉਹ ਅੰਦਾਜ਼ਾ ਹੱਥ ਦੇ ਵਿੱਚ ਆ ਜਾਂਦਾ ਹੈ, ਉਹ ਸੋਚ ਮਨ ਦੇ ਕੋਲ ਆ ਜਾਂਦੀ ਵੀ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਪਾਇਆ ਜਾਣੇ। ਰਵੀ ਬਾਣੀ ਦੇ ਅੰਦਰ ਉਸ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹਨੂੰ ਪਾਉਣ ਦਾ ਜਿਹੜਾ ਤਰੀਕਾ ਹੈ ਉਹ ਦੱਸਿਆ ਗਿਆ ਹੈ ਕਿ ਆਪਣੇ ਅੰਦਰ ਸੱਚ ਤੇ ਨਿਮਰਤਾ ਧਾਰਨ ਕਰ, ਆਪਣੇ ਅੰਦਰੋਂ ਵਿਕਾਰਾਂ ਦਾ ਖਾਤਮਾ ਕਰ ਤੇ ਸੱਚਾ ਸੁੱਚਾ ਜਿਹੜਾ ਜੀਵਨ ਬਸਰ ਕਰਦੀਆਂ ਤੈਨੂੰ ਉਸ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਪ੍ਰਾਪਤ ਹੋਣੀ ਹੈ। ਤੇ ਐਸਾ ਕੋਈ ਵਿਰਲਾ ਮਨੁੱਖ ਹੋਵੇਗਾ ਜਿਹਦੇ ਅੰਦਰ ਕੋਈ ਬੁਰਾਈ ਨਾ ਹੋਵੇ, ਜਿਹਦੇ ਅੰਦਰ ਕੋਈ ਇਹੋ ਜਿਹਾ ਜਿਹੜਾ ਰੋਗ ਹੈ ਉਹ ਨਾ ਬੈਠਾ ਹੋਵੇ, ਇਹੋ ਜਿਹਾ ਕੋਈ ਵਿਕਾਰ ਨਾ ਅੰਦਰ ਘਰ ਕਰਕੇ ਬੈਠਾ ਹੋਵੇ।
ਤੇ ਜਿਨ੍ਹਾਂ ਦੇ ਅੰਦਰ ਸਾਫ਼ ਹਨ ਉਹਨਾਂ ਨੂੰ ਗੁਰੂ ਚਰਨਾਂ ਦੇ ਵਿੱਚ ਜਗ੍ਹਾ ਮਿਲਦੀ ਹੈ, ਗੁਰੂ ਚਰਨਾਂ ਦੇ ਜਿਹੜੇ ਦਦਾਰੇ ਹਨ ਉਹ ਹੁੰਦੇ ਹਨ। ਤੇ ਹਜ਼ੂਰ ਅਖੀਰਲੀਆਂ ਦੋ ਪੰਕਤੀਆਂ ਦੇ ਅੰਦਰ ਇਸ ਪੌੜੀ ਦੇ ਵਿੱਚ ਸਮਝਾਉਂਦਿਆਂ ਸਾਨੂੰ ਸਮਝਾਦੇ ਨੇ, ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਇਹ ਨਾਨਕ ਜਿਹੜੇ ਗੁਰੂ ਦੇ ਭਗਤ ਹਨ ਉਹਨਾਂ ਦੇ ਮਨਾਂ ਦੇ ਵਿੱਚ ਹਮੇਸ਼ਾ ਖਿੜਾ ਰਹਿੰਦਾ, ਉਹ ਹਮੇਸ਼ਾ ਖੁਸ਼ੀ ਦੇ ਵਿੱਚ ਰਹਿੰਦੇ ਹਨ। ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹੋ ਜਿਹਾ ਖਿੜਾ ਸਿਰਫ ਇੱਕ ਗੁਰਮੁਖ ਜਨ ਦੇ ਜੀਵਨ ਦੇ ਵਿੱਚ ਹੀ ਆ ਸਕਦਾ ਹੈ, ਜਿਹਦਾ ਮਨ ਅੰਦਰੋਂ ਸੰਤੁਸ਼ਟ ਹੋਇਆ ਪਿਆ, ਉਹ ਦੁੱਖ ਦੇ ਵਿੱਚ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਯੋਗ ਹੈ, ਕਿਉਂਕਿ ਉਹਨੇ ਬਾਣੀ ਨੂੰ ਸੁਣਿਆ ਤੇ ਉਸ ਤੋਂ ਬਾਅਦ ਮੰਨਿਆ। ਸੁਣਨ ਦੇ ਨਾਲ ਹਜ਼ੂਰ ਆਖਦੇ ਜੀਵਨ ਦੇ ਵਿੱਚ ਇਹੋ ਜਿਹੀਆਂ ਤਬਦੀਲੀਆਂ ਆਉਂਦੀਆਂ ਨੇ। ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਨ ਦੇ ਨਾਲ ਦੁੱਖ ਪਾਪ ਹਨ ਜਿਹੜੇ ਇਹਨਾਂ ਦਾ ਖਾਤਮਾ ਹੋ ਜਾਂਦਾ ਹੈ। ਜਿਹੜੇ ਅੰਦਰ ਵਿਕਾਰ ਬੈਠੇ ਹਨ, ਜਿਹੜੇ ਮਨੁੱਖ ਨੂੰ ਹਰ ਵੇਲੇ ਸਤਾਉਂਦੇ ਹਨ, ਜਿਹੜੇ ਹਰ ਵੇਲੇ ਉਹਨੂੰ ਪਰੇਸ਼ਾਨ ਕਰਦੇ ਹਨ, ਹਜ਼ੂਰ ਆਖਦੇ ਉਹਨਾਂ ਦੁੱਖਾਂ ਤੇ ਪਾਪਾਂ ਦਾ ਜਿਹੜਾ ਸੁਣਨ ਦੇ ਨਾਲ ਹੀ ਖਾਤਮਾ ਹੋ ਜਾਂਦਾ ਹੈ। ਇਹ ਚਾਰ ਪੌੜੀਆਂ ਸੁਣਿਆ ਦੀਆਂ ਜਿਹੜੀਆਂ ਹਨ ਉਹਨਾਂ ਦੀ ਅੱਜ ਸਮਾਪਤੀ ਹੋਈ ਹੈ ਤੇ ਕੱਲ ਨੂੰ ਮੰਨੇ ਦੀਆਂ ਅਗਲੀਆਂ ਚਾਰ ਪੌੜੀਆਂ ਹਨ ਜਿਹੜੀ ਉਹਨਾਂ ਦੀ ਵਿਚਾਰ ਸ਼ੁਰੂ ਹੋਣੀ ਹੈ। ਹੁਣ ਹਜ਼ੂਰ ਨੇ ਹੁਣ ਤੱਕ ਸਾਨੂੰ ਜਿਹੜੀ ਸੁਣਨ ਦੀ ਮਹੱਤਤਾ ਸੀ ਉਹਦੇ ਬਾਰੇ ਦੱਸਿਆ ਵੀ ਸਿਰਫ ਸੁਣਨ ਦੇ ਨਾਲ ਸਾਡਾ ਜੀਵਨ ਕਿਵੇਂ ਬਦਲ ਸਕਦਾ ਹੈ। ਜਿਵੇਂ ਕਿ ਅਸੀਂ ਆਪਣੀ ਬੱਚੀਆਂ ਨੂੰ ਅੱਜ ਦਾ ਜਿਹੜਾ ਮਾਹੌਲ ਹੈ ਜਿਵੇਂ ਦਾ ਉਹ ਸੁਣਦੇ ਹਨ, ਕਿਸੇ ਦੀ ਗੱਲ, ਕਿਸੇ ਦੇ ਆਪਣੇ ਦੋਸਤ ਦੇ ਕੋਲੋਂ ਕੋਈ ਗੱਲ ਸੁਣ ਕੇ ਆਏ ਤੇ ਬੱਚਾ ਘਰੇ ਆ ਕੇ ਜਿੱਦ ਕਰਦਾ ਵੀ ਫਲਾਣੇ ਮੇਰੇ ਮਿੱਤਰ ਦੇ ਕੋਲ ਆਹ ਚੀਜ਼ ਹੈ, ਉਹਨੂੰ ਉਹਦੇ ਮਾਤਾ ਪਿਤਾ ਨੇ ਆਹ ਚੀਜ਼ ਲੈ ਕੇ ਦਿੱਤੀ ਹੈ ਤੇ ਬੱਚਾ ਘਰੇ ਆ ਕੇ ਜਿੱਦ ਕਰਦਾ ਵੀ ਮੈਨੂੰ ਵੀ ਉਹ ਚਾਹੀਦੀ ਹੈ। ਉਹ ਸੁਣ ਕੇ ਆਇਆ, ਉਸ ਗੱਲ ਨੂੰ ਵਿਸ਼ਵਾਸ ਬਣਾ ਲਿਆ ਵੀ ਉਹ ਚੀਜ਼ ਵਧੀਆ ਹੋਵੇਗੀ। ਹਾਲਾਂਕਿ ਮਾਤਾ ਪਿਤਾ ਹਨ ਜਿਹੜੇ ਉਹਨੂੰ ਸਮਝਾਉਂਦੇ ਹਨ ਵੀ ਪੁੱਤਰ ਇਹ ਚੀਜ਼ ਗਲਤ ਹੈ, ਇਹ ਤੇਰੇ ਕੰਮ ਦੀ ਨਹੀਂ ਜਾਂ ਤੈਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ, ਪਰ ਬੱਚਾ ਫਿਰ ਵੀ ਜਿੱਦ ਕਰਦਾ ਹੈ। ਉਸੇ ਤਰ੍ਹਾਂ ਹਜ਼ੂਰ ਸਮਝਾਉਂਦੇ ਨੇ ਕਿ ਜਿਹਨੇ ਉਸ ਪਰਮਾਤਮਾ ਦੀ ਵਡਿਆਈ ਨੂੰ ਸੁਣ ਲਿਆ, ਜਿੰਨਾ ਚਿਰ ਤੱਕ ਉਹ ਜਿੱਦ ਨਹੀਂ ਕਰਦਾ ਉਸ ਪਰਮਾਤਮਾ ਨੂੰ ਮਿਲਣ ਦੇ ਵਾਸਤੇ, ਅੰਦਰੋਂ ਤੱਤ ਭਰ ਨਹੀਂ ਹੁੰਦਾ, ਅੰਦਰੋਂ ਜਿੱਦ ਨਹੀਂ ਕਰਦਾ। ਜਿਵੇਂ ਇੱਕ ਭਿਖਾਰੀ ਹੈ ਨਾ, ਉਹਨੇ ਸਾਡੀ ਜੇਬ ਦੇ ਵਿੱਚੋਂ ਜਦੋਂ ਰੁਪਈਆ ਕਢਾਉਣਾ ਹੁੰਦਾ ਤੇ ਕਿੰਨੀਆਂ ਉਹ ਗੱਲਾਂ ਸਾਨੂੰ ਸੁਣਾਉਂਦਾ, ਕਿੰਨੇ ਤਰਲੇ ਮਿੰਨਤਾਂ ਕਰਦਾ, ਕਿੰਨੇ ਉਹ ਸਾਡੇ ਅੱਗੇ ਹੱਥ ਪੈਰ ਜੋੜਦਾ ਤੇ ਜਿਹੜਾ ਨਹੀਂ ਵੀ ਦੇ ਕੇ ਜਾਂਦਾ ਤਾਂ ਵੀ ਸ਼ੁਕਰਾਨਾ ਕਰ ਦਿੰਦਾ, ਭਲਾ ਕਰੇ ਇਹੋ ਜਿਹਾ ਸ਼ਬਦ ਬੋਲਦਾ। ਹਜ਼ੂਰ ਆਖਦੇ ਜੇ ਤੂੰ ਗੁਰੂ ਦੇ ਕੋਲੋਂ ਕੁਝ ਮੰਗਣਾ ਤਾਂ ਇੱਕ ਭਿਖਾਰੀ ਦੇ ਕੋਲੋਂ ਸਿੱਖ ਵੀ ਉਹ ਕਿਵੇਂ ਮੰਗਣਾ, ਉਹ ਵੇਖ ਵੀ ਕਿਵੇਂ ਉਹ ਤਰਲੇ ਕਰਦਾ। ਤੈਨੂੰ ਉਹ ਤਰਲਾ ਗੁਰੂ ਦੇ ਚਰਨਾਂ ਦੇ ਵਿੱਚ ਕਰਨਾ ਆਉਣਾ ਚਾਹੀਦਾ। ਖਾਲੀ ਮੱਥਾ ਟੇਕ ਕੇ ਅਰਦਾਸ ਕਰਕੇ ਜਾਂ ਗੁਰੂ ਦੀ ਪਰਿਕਰਮਾ ਕਰਕੇ ਇਹ ਨਹੀਂ ਸਮਝ ਲੈਣਾ ਵੀ ਸ਼ਾਇਦ ਮੈਂ ਜਿਹੜਾ ਕਾਰਜ ਕਰਨ ਵਾਸਤੇ ਆਇਆ ਸੀ ਉਹ ਸੰਪੂਰਨ ਹੋ ਗਿਆ। ਹਜ਼ੂਰ ਆਖਦੇ ਨਹੀਂ, ਤੈਨੂੰ ਉਸ ਗੁਰੂ ਦੇ ਸਾਹਮਣੇ ਖਲੋ ਕੇ ਤਰਲਾ ਕਰਨਾ ਪੈਣਾ ਤੇ ਅੰਦਰੋਂ ਉਹ ਜਿਹੜਾ ਤਰਲਾ ਹੈ, ਕਈ ਇਹੋ ਜਿਹੇ ਮਨੁੱਖ ਵੀ ਹੈ ਸੰਸਾਰ ਦੇ ਵਿੱਚ ਜਿਹੜੇ ਗੁਰੂ ਦੇ ਸਾਹਮਣੇ ਖੜੇ ਹੋ ਕੇ ਅੱਖਾਂ ਦੇ ਵਿੱਚ ਪਾਣੀ ਵੀ ਲੈ ਆਵਣਗੇ, ਭਾਵ ਕਿ ਢੋਂਗ ਕਰਦੇ ਨੇ, ਜਿਹੜੇ ਵੇਖਣ ਵਾਲੇ ਨੂੰ ਇੰਜ ਲੱਗਦਾ ਵੀ ਇਹਨੂੰ ਤੇ ਬੜਾ ਦੁੱਖ ਹੋਣਾ, ਇਹ ਤੇ ਬੜਾ ਅੰਦਰੋਂ ਭਰਿਆ ਪਿਆ, ਬੜੇ ਦੁੱਖ ਹਨ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਲੈ ਕੇ ਆਇਆ ਤੇ ਅਰਦਾਸ ਬੜੇ ਅੰਦਰੋਂ ਭਿੱਜ ਕੇ ਕਰਦਾ ਪਿਆ। ਪਰ ਹਜ਼ੂਰ ਤੇ ਜਾਣੀ ਜਾਣੇ ਹੋ ਸਕਦਾ ਵੀ ਉਹ ਦੁਨਿਆਵੀ ਤੌਰ ਤੇ ਲੋਕ ਦਿਖਾਵੇ ਦੇ ਵਾਸਤੇ ਤੇ ਉਹਨਾਂ ਦੇ ਸਾਹਮਣੇ ਭੋਲਾ ਬਣ ਜਾਵੇ, ਪਰ ਹਜ਼ੂਰ ਆਖਦੇ ਉਸ ਪਰਮਾਤਮਾ ਦੇ ਸਾਹਮਣੇ ਖੜ ਕੇ ਜਿਹਨੇ ਉਹ ਅਰਦਾਸ ਸੁਣਨੀ ਹੈ ਉਹਦੇ ਸਾਹਮਣੇ ਚਾਕਰੀਆਂ ਚਤਰਾਈਆਂ ਨਹੀਂ ਚੱਲਣੀਆਂ, ਉੱਥੇ ਤੇ ਸੱਚ ਦਾ ਨਿਬੇੜਾ ਹੋਣਾ। ਇਸ ਕਰਕੇ ਹਜ਼ੂਰ ਇਸ ਪਾਵਨ ਪੌੜੀ ਦੇ ਅੰਦਰ ਸੁਣਿਆ ਦੀਆਂ ਜਿਹੜੀਆਂ ਮਹੱਤਤਾ ਹਨ ਉਹ ਚਾਰ ਪੌੜੀਆਂ ਦੇ ਅੰਦਰ ਸਾਨੂੰ ਸਮਝਾਦੇ ਨੇ ਤੇ ਅੱਜ ਸੁਣਿਆ ਦੀਆਂ ਪੌੜੀਆਂ ਦੀ ਸਮਾਪਤੀ ਹੋਈ ਹੈ। ਕੱਲ ਨੂੰ ਮੰਨੇ ਦੀਆਂ ਚਾਰ ਪੌੜੀਆਂ ਹਨ, ਉਹਨਾਂ ਦੀ ਆਰੰਭਤਾ ਹੋਣੀ ਹੈ। ਸੋ ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।